ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਹਰਿਆਣੇ ਦੇ ਵਿੱਚ ਜਦੋਂ ਅਜਿਹਾ ਕੁਝ ਹੁੰਦਾ, ਪਰਚੇ ਹੁੰਦੇ ਨੇ ਨਜਾਇਜ਼, ਤਾਂ ਹਰਿਆਣੇ ਦੀਆਂ ਜਥੇਬੰਦੀਆਂ ਥਾਣੇ ਘੇਰ ਲੈਂਦੀਆਂ ਨੇ। ਕੀ ਸਾਡੇ ਵਾਲੀਆਂ ਜਥੇਬੰਦੀਆਂ ਕਿਉਂ ਨਹੀਂ ਬਹਿੰਦੀਆਂ? ਇਹ ਸਾਂਝਾ ਚੰਡੀਗੜ੍ਹ ਤੇ ਹੋਇਆ, ਉਹਨਾਂ ਦਾ ਵੀ ਚੰਡੀਗੜ੍ਹ ਸਾਂਝਾ, ਸਾਡਾ ਵੀ ਚੰਡੀਗੜ੍ਹ ਸਾਂਝਾ। ਤਾਂ ਚੰਡੀਗੜ੍ਹ 'ਚ ਪਰਚੇ ਹੋਇਆ, ਹਾਲੇ ਪੰਜਾਬ 'ਚ ਤਾਂ ਹੋਏ ਨਹੀਂ ਸੀ ਕਿਸੇ। ਪੰਜਾਬ ਹਰਿਆਣੇ ਦੀਆਂ ਜਥੇਬੰਦੀਆਂ ਹੁਣ ਘੇਰਨੀਆਂ ਚੰਡੀਗੜ੍ਹ ਦੇ ਥਾਣੇ। ਐਸਐਸਪੀ ਚਾਹਲ ਤਾਂ ਕਹਿ ਰਿਹਾ ਕਿ ਸਾਡੇ ਕੋਲੇ ਐਵੀਡੈਂਸ ਆ, ਜੋ ਹੋਇਆ ਉਸ ਦੇ ਆਧਾਰ ਤੇ ਹੀ ਪਰਚੇ ਦਰਜ ਕੀਤੇ ਗਏ ਆ। ਨਹੀਂ, ਉਹ ਤਾਂ ਸਰਕਾਰਾਂ ਨੇ ਉੱਪਰੋਂ ਦਬਾਅ ਪਾਇਆ ਹੁੰਦਾ ਤੇ ਉਹ ਵਿਚਾਰਾ ਆਪਣੀ ਉਨੀ ਕੁ ਕੰਮ ਕਰਦੇ ਆ। ਉਹਨੂੰ ਤਾਂ ਸੱਦਾ ਜਿਹੜਾ ਟਾਰਗੇਟ ਕੀਤਾ ਜਾ ਰਿਹਾ, ਕਹਿੰਦੇ ਅਕਾਲੀ ਦਲ ਤੋਂ ਚੋਣ ਲੜਨਗੇ। ਸਿਆਸੀ ਲੋਕਾਂ ਨੂੰ ਆਪਣੀ ਜ਼ਮੀਨ ਖਿਸਕਦੀ ਲੱਗ ਗਈ। ਪਾਰਲੀਮੈਂਟ 'ਚ ਆਪੋਜੀਸ਼ਨ ਕਿੱਥੇ ਸੀ? ਕਿੱਥੇ ਸਟਰੋਂਗ ਆਪੋਜੀਸ਼ਨ ਕੀਤੀ ਇਹਨਾਂ ਨੇ? ਜਿਹੜੇ ਰਾਜਨੇਤਾ ਜਿਹੜੇ ਜਿੱਤੇ ਆ, ਉਹਦਾ ਰਾਜ ਕਰਨਾ ਹੁੰਦਾ, ਉਹ ਤਾਂ ਆਪਣੀ ਰਾਜ ਹੱਟ 'ਚ ਬੈਠੇ ਨੇ। ਇੱਕ ਆਪੋਜੀਸ਼ਨ ਨੇ ਕੀ ਰੋਲ ਪਲੇ ਕੀਤਾ? ਕੀ ਆਪੋਜੀਸ਼ਨ ਹੀ ਇਕੱਠਾ ਹੋਣਾ ਚਾਹੀਦਾ ਸੀ? ਕਿ ਇਹਨਾਂ ਨੂੰ ਸਾਰੇ ਲੀਡਰ ਇਕੱਠੇ ਹੋ ਕੇ ਇਸ ਜਿਹੜੀ ਰਾਜ ਹੱਟ ਆ ਉਹਦੇ ਮੂਹਰੇ ਲੜਾਈ ਨਹੀਂ ਲੜਨੀ ਚਾਹੀਦੀ ਸੀ? ਬਹੁਤ ਢੰਗ ਸੀ। ਵੱਖ-ਵੱਖ ਸਿਆਸੀ ਪਾਰਟੀਆਂ ਕੰਪੇਨ ਕਰ ਰਹੀਆਂ ਨੇ 2022 ਨੂੰ ਲੈ ਕੇ। ਹੁਣ ਕੇਜਰੀਵਾਲ ਵੀ ਪੰਜਾਬ ਆ ਰਿਹਾ। ਕੀ ਲੱਗਦਾ ਕਿਸਾਨ ਮੋਰਚਾ ਸਿਆਸਤ ਦੇ ਉੱਤੇ ਵੱਡਾ ਪ੍ਰਭਾਵ ਛੱਡੂਗਾ? ਕਾਦੀਆਂ ਸਾਹਿਬ, ਲਗਾਤਾਰ ਕਿਸਾਨ ਬੈਠੇ ਹੋਏ ਨੇ, ਦਿੱਲੀ ਵੀ ਬੈਠੇ ਹੋਏ ਨੇ ਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਵੀ ਬੈਠੇ ਹੋਏ ਨੇ, ਹਰ ਇੱਕ ਸੈਕਟਰ ਦੇ ਵਿੱਚ ਬੈਠੇ ਹੋਏ ਨੇ। ਲੱਗਦਾ ਸਰਕਾਰ ਤੱਕ ਆਵਾਜ਼ ਪਹੁੰਚਦੀ ਹੈ, ਕੋਈ ਫਰਕ ਪੈਂਦਾ ਸਰਕਾਰ ਨੂੰ? ਦੇਖੋ, ਜਿਹੜੀ ਅੜੀ ਸਰਕਾਰ ਦੀ ਹੁੰਦੀ ਆ, ਰਾਜ ਹੱਟ ਹੁੰਦੀ ਆ, ਉਹ ਤਾਂ ਉਹਨਾਂ ਦੀ ਜਾਰੀ ਆ। ਪਰ ਇਹ ਲੋਕ ਜਿਹੜੇ ਬੈਠੇ ਨੇ, ਇਹ ਲੋਕਤੰਤਰ ਨੂੰ ਜਿੰਦਾ ਰੱਖਣਗੇ। ਇਹ ਆਪਣੇ ਲੋਕਤੰਤਰ ਤਰੀਕੇ ਨਾਲ ਹੱਕ ਲੈ ਰਹੇ ਆ, ਕਨਸਟੀਟਿਊਸ਼ਨ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਆ। ਤੇ ਮੇਰੇ ਖਿਆਲ ਨਾਲ ਡੈਮੋਕ੍ਰੇਸੀ 'ਚ ਸਭ ਤੋਂ ਵੱਡਾ ਜੇ ਲੋਕਾਂ ਦੀ ਆਵਾਜ਼ ਹੁੰਦੀ ਆ, ਜੇ ਚੁਣੇ ਹੋਏ ਨੁਮਾਇੰਦੇ ਉਹਦੀ ਆਵਾਜ਼ ਨਾ ਸੁਣਨ ਤਾਂ ਲੋਕ ਆਵਾਮ ਉੱਠਦੀ ਆ। ਉਸ ਤਰੀਕੇ ਨਾਲ ਆਵਾਮ ਉੱਠੀ ਹੋਈ ਹੈ। 26 ਤਰੀਕ ਨੂੰ ਰਾਜਪਾਲ ਭਵਨਾਂ ਦਾ ਘਿਰਾਓ ਕੀਤਾ ਜਾਂਦਾ ਹੈ। ਘਿਰਾਓ ਤੋਂ ਬਾਅਦ ਲਗਾਤਾਰ ਜੋ ਚਾਹੇ ਕਲਾਕਾਰ ਹੋਣ, ਚਾਹੇ ਸਮਾਜ ਸੇਵੀ ਹੋਣ, ਉਹਨਾਂ ਤੇ ਪਰਚੇ ਪਾਏ ਜਾਂਦੇ ਨੇ। ਲੱਖਾ ਸਿਧਾਣਾ ਦੇ ਨਾਲ ਮੇਰੇ ਸਹਿਯੋਗੀ ਵਿਕਰਮ ਕੰਬੋਜ ਇੰਟਰਵਿਊ ਕਰ ਰਹੇ ਸੀ, ਤਾਂ ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਹਰਿਆਣੇ ਦੇ ਵਿੱਚ ਜਦੋਂ ਅਜਿਹਾ ਕੁਝ ਹੁੰਦਾ, ਪਰਚੇ ਹੁੰਦੇ ਨੇ ਨਜਾਇਜ਼, ਤਾਂ ਹਰਿਆਣੇ ਦੀਆਂ ਜਥੇਬੰਦੀਆਂ ਥਾਣੇ ਘੇਰ ਲੈਂਦੀਆਂ ਨੇ, ਨਾਲੇ ਬੰਦੇ ਛਡਾਉਂਦੀਆਂ ਨੇ ਤੇ ਨਾਲੇ ਮਾਫੀ ਵੀ ਮੰਗਾਈ ਜਾਂਦੀ ਆ। ਟੋਹਾਣਾ ਦੇ ਵਿੱਚ ਅਜਿਹਾ ਹੋਇਆ ਸੀ। ਕੀ ਸਾਡੇ ਵਾਲੀਆਂ ਜਥੇਬੰਦੀਆਂ ਕਿਉਂ ਨਹੀਂ ਬਹਿੰਦੀਆਂ? ਅਜਿਹਾ ਲੱਖਾ ਸਿਧਾਣਾ ਨੇ ਸਵਾਲ ਕੀਤਾ ਸੀ। ਕੀ ਕਹੋਗੇ? ਇੱਕ ਤਾਂ ਸਵਾਲ ਉਹਨਾਂ ਨੇ ਕਿਹਾ ਹਰਿਆਣੇ ਵਿੱਚ, ਇਹ ਸਾਂਝਾ ਚੰਡੀਗੜ੍ਹ ਤੇ ਹੋਇਆ, ਉਹਨਾਂ ਦਾ ਵੀ ਚੰਡੀਗੜ੍ਹ ਸਾਂਝਾ, ਸਾਡਾ ਵੀ ਚੰਡੀਗੜ੍ਹ ਸਾਂਝਾ। ਤਾਂ ਚੰਡੀਗੜ੍ਹ 'ਚ ਪਰਚੇ ਹੋਇਆ, ਹਾਲੇ ਪੰਜਾਬ 'ਚ ਤਾਂ ਹੋਏ ਨਹੀਂ ਸੀ ਕਿਸੇ ਤੇ। ਤੇ ਪਹਿਲੇ ਪਰਚੇ ਨੇ, ਇਹਦਾ ਤਾਂ ਵਿਰੋਧਤਾ ਵੀ ਕੀਤੀ ਗਈ ਆ ਤੇ ਇਹਨਾਂ ਤੇ ਖੜੇ ਵੀ ਆ। ਮੇਰੇ ਖੁਦ ਤੇ ਹੋਇਆ ਸਾਰਿਆਂ ਤੇ ਹੀ। ਤੇ ਜਿਹੜਾ ਥੋੜੀ ਪੜ੍ਹੇ ਹੀ ਹੋਣਾ, ਜਥੇਬੰਦੀ ਵੱਲੋਂ ਜੋ ਹੈ ਰੋਸ ਕੀਤਾ ਗਿਆ, ਇਸ ਦਾ ਜੋ ਲੈਟਰ ਪੈਡ ਤੇ ਜਾਰੀ ਵੀ ਕੀਤਾ ਗਿਆ, ਤੁਸੀਂ ਲਿਖਤੀ। ਪਰ ਸੰਯੁਕਤ ਕਿਸਾਨ ਮੋਰਚਾ ਕੀ ਕਰ ਰਿਹਾ? ਇਹ ਸਵਾਲ ਸੀਗਾ ਉਹਨਾਂ ਦਾ। ਉਹਨਾਂ ਨੇ ਵੀ ਲਿਖਤੀ ਜਾਰੀ ਕਰਤਾ ਸੀਗਾ ਤੇ ਅੱਜ ਸੰਯੁਕਤ ਮੋਰਚੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ। ਇਹਦੇ ਵਿੱਚ ਵੀ ਜਿਹੜੇ ਵੀ ਇਹ ਪਰਚੇ ਆ ਵਾਪਸ ਲਓ, ਨਹੀਂ ਤਾਂ ਸਾਨੂੰ ਕੋਈ ਸਖਤ ਸਟੈਪ ਚੱਕਣਾ ਪੈਣਾ। ਪੰਜਾਬ ਹਰਿਆਣੇ ਦੀਆਂ ਜਥੇਬੰਦੀਆਂ ਹੁਣ ਘੇਰਨੀਆਂ ਚੰਡੀਗੜ੍ਹ ਦੇ ਥਾਣੇ। ਜੇ ਪਰਚੇ ਨਹੀਂ ਵਾਪਸ ਹੋਣਗੇ ਤਾਂ ਇਹ ਘੇਰਨਗੀਆਂ। ਪੈਸੇ ਅਸੀਂ ਪਰਚਿਆਂ ਨੂੰ ਇੰਪੋਰਟੈਂਸ ਤਾਂ ਨਹੀਂ ਦਿੰਦੇ। ਜੇ ਇਹ ਸੰਘਰਸ਼ ਲੜਨਾ, ਫਿਰ ਆ ਪਰਚਿਆਂ ਤੋਂ ਡਰਨਾ ਨਹੀਂ ਪੈਂਦਾ। ਜੇ ਹੁਣ ਐਸਐਸਪੀ ਚਾਹਲ ਤਾਂ ਕਹਿ ਰਿਹਾ ਕਿ ਸਾਡੇ ਕੋਲੇ ਐਵੀਡੈਂਸ ਆ, ਜੋ ਹੋਇਆ ਉਸ ਦੇ ਆਧਾਰ ਤੇ ਹੀ ਪਰਚੇ ਦਰਜ ਕੀਤੇ ਗਏ ਆ। ਦੇਖੋ, ਇੱਕ ਮੁਲਾਜ਼ਮ ਦੇ ਨਾਮ ਤੇ ਆਪਾਂ ਕੋਈ ਗੱਲ ਕਰ ਲਈਏ, ਕੋਈ ਫਾਇਦਾ ਨਹੀਂ। ਉਹ ਤਾਂ ਸਰਕਾਰਾਂ ਨੇ ਉੱਪਰੋਂ ਦਬਾਅ ਪਾਇਆ ਹੁੰਦਾ ਤੇ ਉਹ ਵਿਚਾਰਾ ਆਪਣੀ ਉਨੀ ਕੁ ਕੰਮ ਕਰਦੇ ਆ। ਤੇ ਜੇ ਐਵੀਡੈਂਸ ਹੋਣ ਤਾਂ ਫਿਰ ਫੜ ਲੈਣ। ਫਿਰ ਸਾਨੂੰ ਆਹ ਚੰਡੀਗੜ੍ਹ 'ਚ ਹੀ ਮੁਹੱਲੇ 'ਚ ਹੀ ਫਿਰਦੇ ਆ, ਸਾਰਾ ਦਿਨ ਚੰਡੀਗੜ੍ਹ 'ਚ ਰਿਹਾ, ਹਰ ਚੌਂਕ ਦੇ ਵਿੱਚ ਨਿਕਲ ਕੇ ਆਏ ਆ। ਜੇ ਪਰਚੇ ਦਰਜ ਆ ਤਾਂ ਅੱਜ ਬੈਠੇ ਹੀ ਆ ਅਸੀਂ। ਕੀ ਲੱਗਦਾ ਫਿਰ ਬਾਕੀ ਦਬਾਅ ਸੀਗਾ? ਬਿਲਕੁਲ ਦਬਾਅ ਸੀ, ਨਜਾਇਜ਼ ਤੌਰ ਤੇ ਪਰਚੇ ਦਰਜ ਕੀਤੇ ਆ। ਐਡਾ ਵੱਡੇ ਆਵਾਮ ਚੰਡੀਗੜ੍ਹ ਦੇ ਅੰਦਰ ਐਂਟਰ ਕਰਦੀ ਆ। ਪਹਿਲੀ ਗੱਲ ਤਾਂ ਰਿਕਾਰਡ ਤੋੜੇ, ਇਹਨਾਂ ਨੇ ਹਮੇਸ਼ਾ ਚੰਡੀਗੜ੍ਹ ਸਾਨੂੰ ਬਾਹਰ ਰੱਖਿਆ। ਪਹਿਲੀ ਵਾਰ ਕੋਈ ਜਥੇਬੰਦੀਆਂ ਆਈਆਂ ਤੇ ਚੰਡੀਗੜ੍ਹ ਦੇ ਅੰਦਰ ਆਪਣੀ ਆਵਾਜ਼ ਰਾਜਪਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ 17 ਸੈਕਟਰ ਟੱਪ ਕੇ ਵੀ ਅੱਗੇ ਜਾ ਕੇ ਰੋਕ ਕੇ ਇਹਨਾਂ ਨੂੰ ਰਾਜਪਾਲ ਨੂੰ ਯਾਦ ਪੱਤਰ ਦਿੱਤਾ, ਮੰਗ ਪੱਤਰ ਨਹੀਂ, ਵੀ ਤੁਸੀਂ ਇਹ ਕਾਨੂੰਨ ਕਿਹੜੇ ਹਿਸਾਬ ਨਾਲ ਪਾਸ ਕੀਤੇ ਸੀ। ਜਿਹੜੇ ਰਾਜ ਸਭਾ ਦੇ ਵਿੱਚ ਵੌਇਸ ਮੇਲ ਨਾਲ ਪਾਸ ਹੋਇਆ, ਧੱਕੇ ਨਾਲ। ਲੋਕ ਸਭਾ 'ਚ ਤਾਂ ਕਾਊਂਟਿੰਗ ਸੀਗੀ, ਰਾਜ ਸਭਾ ਦੇ ਕੋਲ ਨਹੀਂ ਸੀ, ਤਾਂ ਵੀ 2-4 ਦਿਨਾਂ 'ਚ ਹੀ ਸਾਈਨ ਕਰਕੇ ਵਾਪਸ ਕੀਤਾ। ਰਾਸ਼ਟਰਪਤੀ ਨੂੰ ਤਾਂ ਲਿਖਿਆ ਗਿਆ ਵੀ ਇਹਦੇ 'ਚ ਇੰਟਰਵੈਂਸ਼ਨ ਕਰਕੇ ਇਹਦਾ ਹੱਲ ਲੱਭੋ, ਇਹ ਲੋਕਤੰਤਰ ਦੇ ਉੱਪਰ ਅਟੈਕ ਆ। ਬੀਜੇਪੀ ਲੀਡਰਸ ਵਾਰ-ਵਾਰ ਕਹਿੰਦੇ ਆ ਕਿ ਕਿਸਾਨ ਲੀਡਰ ਸਿਆਸਤ 'ਚ ਆਉਣਾ ਚਾਹੁੰਦੇ ਨੇ, ਸਿਆਸਤ ਕਰਨਾ ਚਾਹੁੰਦੇ ਨੇ, ਇਹ ਵੀ ਸਿਆਸੀ ਰੋਟੀਆਂ ਸੇਕ ਰਹੇ। ਇਸੇ ਕਰਕੇ ਬੀਜੇਪੀ ਦਾ ਵਿਰੋਧ ਤਾਂ ਕਰ ਹੀ ਰਹੇ ਨੇ, ਬਾਕੀਆਂ ਦਾ ਵੀ ਵਿਰੋਧ ਕਰ ਰਹੇ ਆ। ਪਿੰਡਾਂ 'ਚ ਹਰ ਇੱਕ ਨੂੰ ਆਵਾਜ਼ ਆਪਣੀ ਰੱਖਣ ਦਾ ਹੱਕ ਹੈ, ਹਰ ਇੱਕ ਬੰਦਾ ਪਿੰਡਾਂ ਜਾ ਸਕਦਾ। ਬਾਕੀਆਂ ਦਾ ਕਿਉਂ ਵਿਰੋਧ ਹੋ ਰਿਹਾ? ਸਾਡਾ ਤਾਂ ਹੋ ਹੀ ਰਿਹਾ। ਉਹ ਕਹਿੰਦੇ ਸਿਆਸਤ ਕਰਨਾ ਚਾਹੁੰਦੇ ਨੇ। ਤੁਹਾਨੂੰ ਤਾਂ ਸੱਦਾ ਜਿਹੜਾ ਟਾਰਗੇਟ ਕੀਤਾ ਜਾ ਰਿਹਾ, ਕਹਿੰਦੇ ਅਕਾਲੀ ਦਲ ਤੋਂ ਚੋਣ ਲੜਨਗੇ। ਜਿਹੜਾ ਟਾਰਗੇਟ ਕੀਤਾ ਜਾਂਦਾ ਉਹ ਤਾਂ ਕੀਤਾ ਜਾਂਦਾ ਵੀ ਇਹ ਕਿਤੇ ਲੜਾਈ ਨਾ ਜਿੱਤ ਜਾਣ। ਜਿਹੜੀ ਲੋਕਤੰਤਰ ਦੀ ਲੜਾਈ ਆਪਾਂ ਦਿੱਲੀ ਦੇ ਸਿਰ ਤੇ ਲਾਈ ਆ, 7 ਮਹੀਨੇ ਤੋਂ ਉੱਪਰ ਉੱਥੇ ਹੋ ਗਏ, 9.5 ਮਹੀਨੇ ਤੋਂ ਉੱਪਰ ਹੋ ਗਏ। ਤਰ੍ਹਾਂ ਦੇ ਰਾਜੇਵਾਲ ਸਾਹਿਬ ਤੇ ਮਗਰ ਆ ਗਿਆ ਸੀ ਵੀ ਪਤਾ ਨਹੀਂ ਆਪ ਦੇ ਕੈਂਡੀਡੇਟ ਸੀਐਮ ਕੈਂਡੀਡੇਟ ਹੋਣਗੇ। ਇਦਾਂ ਦੇ ਅਟੈਕ ਤਾਂ ਕਰਦੇ ਆ ਵੀ ਹਰ ਲੜਾਈ ਹਰ ਤਰੀਕੇ ਨਾਲ ਉਹ ਫੇਲ ਹੋ ਗਏ। ਉਹਨਾਂ ਨੂੰ ਸਿਆਸੀ ਲੋਕਾਂ ਨੂੰ ਆਪਣੀ ਜ਼ਮੀਨ ਖਿਸਕਦੀ ਲੱਗ ਗਈ। ਇੱਥੇ ਦੇਖੋ, ਕੋਈ ਝੰਡੇ ਅਲੱਗ-ਅਲੱਗ ਤਰ੍ਹਾਂ ਦੇ ਨੇ, ਇੱਕ ਝੰਡਾ ਨਹੀਂ। 32 ਜਥੇਬੰਦੀਆਂ ਸੀ ਇਕੱਠੀਆਂ ਨੇ, ਉਹਨਾਂ ਦੀ ਅਲੱਗ-ਅਲੱਗ ਆਈਡੀਓਲੋਜੀ ਆ, ਅਲੱਗ-ਅਲੱਗ ਫਿਲਾਸਫੀ ਆ, ਤਾਂ ਵੀ ਇਕੱਠੇ ਹੋਏ ਆ। ਤਾਂ ਮਿਨੀਮਮ ਪ੍ਰੋਗਰਾਮ ਆ ਜਿਹੜਾ 3 ਕਾਨੂੰਨ ਤੇ MSP ਦੀ ਗਰੰਟੀ ਆ। ਇਹਦੇ ਨਾਲ ਤਾਂ ਇਹ ਇੰਨਾ ਆਵਾਮ ਸਾਡੇ ਨਾਲ ਜੁੜੀ ਆ, ਕਿਉਂਕਿ ਰੋਟੀ ਹਰੇਕ ਨੇ ਖਾਣੀ ਆ।
ਜੇ ਖਾਣਾ ਮਹਿੰਗਾ ਹੋ ਗਿਆ ਇੱਥੇ ਵੱਧ ਆਬਾਦੀ ਵਾਲੇ ਦੇਸ਼ ਦੇ ਵਿੱਚ ਤਾਂ ਭੁੱਖਮਰੀ ਛਾਇ ਛੱਡਦੀ ਆ, ਲਾਅ ਐਂਡ ਆਰਡਰ ਮੁਸ਼ਕਲ ਆ ਸਕਦੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਹ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਵੀ ਇਹ ਜਿਹੜਾ ਅੰਦੋਲਨ ਚੱਲ ਰਿਹਾ ਇਹ ਉਹਨਾਂ ਦੀ ਜੜ੍ਹਾਂ 'ਚ ਬੈਠ ਗਿਆ। 2 ਮਹੀਨੇ ਉਰੇ ਚੱਲਿਆ ਤਾਂ ਨਹੀਂ ਬੀਜੇਪੀ ਨੂੰ ਪਤਾ ਲੱਗਿਆ, ਜਦੋਂ ਉਹਨਾਂ ਦੀ ਦਰਵਾਜ਼ਿਆਂ 'ਤੇ ਖੜ੍ਹ ਕੇ ਤਾਂ ਸਾਡੇ ਜਿਹੜੇ ਪੰਜਾਬ ਵਾਲੇ ਤੁਸੀਂ ਕਹਿੰਦੇ ਹੋ ਸੋ ਕਾਲਡ ਸਿਆਸੀ ਆਦਮੀ, ਉਹਨਾਂ ਨੂੰ ਉਦੋਂ ਪਤਾ ਲੱਗਾ ਟਰਾਲੀਆਂ ਦਾ ਹਜੂਮ ਚਲੇ ਗਿਆ ਦਿੱਲੀ ਨੂੰ, ਵੀ ਇਹ ਤਾਂ ਲੋਕ ਤੁਰ ਪਏ ਆਪਣੀ ਲੜਾਈ ਲੈ ਕੇ। ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਜਿੰਨੀਆਂ ਕਾਰਵਾਈਆਂ ਕੀਤੀਆਂ ਬਾਅਦ 'ਚ ਕੋਸ਼ਿਸ਼ ਕਰਨੀ। ਅਸੀਂ ਪੰਜਾਬ ਦੇ ਹੱਕ 'ਚ ਆ, ਹੁਣ ਵੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਅਸੀਂ ਕਿਸਾਨਾਂ ਦੇ ਨਾਲ ਆ, ਸੁਖਬੀਰ ਬਾਦਲ ਵੀ ਕਹਿ ਰਹੇ ਅਸੀਂ ਕਿਸਾਨਾਂ ਦੇ ਨਾਲ। ਪਾਰਲੀਮੈਂਟ 'ਚ ਆਪੋਜੀਸ਼ਨ ਕਿੱਥੇ ਸੀ? ਕਿੱਥੇ ਸਟਰੋਂਗ ਆਪੋਜੀਸ਼ਨ ਕੀਤੀ ਇਹਨਾਂ ਨੇ? ਜਿਹੜੇ ਰਾਜਨੇਤਾ ਜਿਹੜੇ ਜਿੱਤੇ ਆ ਉਹਦਾ ਰਾਜ ਕਰਨਾ ਹੁੰਦਾ, ਉਹ ਤਾਂ ਆਪਣੀ ਰਾਜ ਹੱਟ 'ਚ ਬੈਠੇ ਨੇ। ਇੱਕ ਆਪੋਜੀਸ਼ਨ ਨੇ ਕੀ ਰੋਲ ਪਲੇ ਕੀਤਾ? ਉਹਦੇ ਬਣਦਾ ਰੋਲ ਨਹੀਂ ਨਿਭਾਇਆ ਇਹਨਾਂ ਨੇ। ਕਿੱਥੇ ਬਣਾਇਆ ਦੱਸ ਦਿਓ। 7 ਮਹੀਨੇ ਅਸੀਂ ਉੱਥੇ ਹੋ ਗਏ ਆ, 450 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਜਿਹੜੀਆਂ ਤੁਸੀਂ ਮੀਡੀਆ ਕਹਿੰਦੇ ਸੀ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਲੜਾਈ ਲੜ ਰਹੀਆਂ ਤਾਂ ਨਹੀਂ ਜਿੱਤ ਰਹੀਆਂ। 32 ਉਰੇ ਇਕੱਠੀ ਹੋਈਆਂ, 28 ਹਰਿਆਣੇ ਇਕੱਠੀ ਹੋਈਆਂ, 450 ਪੂਰੇ ਇੰਡੀਆ ਦਾ ਸੰਯੁਕਤ ਕਿਸਾਨ ਮੋਰਚਾ ਬਣਿਆ ਤੇ ਉਹ ਇਕੱਠੇ ਹੋ ਕੇ ਇੰਨੀ ਦੇਰ ਦਾ ਲੜਾਈ ਇਕੱਠੇ ਲੜ ਰਹੇ ਨੇ। ਕੀ ਆਪੋਜੀਸ਼ਨ ਹੀ ਇਕੱਠਾ ਹੋਣਾ ਚਾਹੀਦਾ ਸੀ? ਕਿ ਇਹਨਾਂ ਨੂੰ ਸਾਰੇ ਲੀਡਰ ਇਕੱਠੇ ਹੋ ਕੇ ਇਸ ਜਿਹੜੀ ਰਾਜ ਹੱਟ ਆ ਉਹਦੇ ਮੂਹਰੇ ਲੜਾਈ ਨਹੀਂ ਲੜਨੀ ਚਾਹੀਦੀ ਸੀ? ਬਹੁਤ ਢੰਗ ਸੀ, ਪਾਰਲੀਮੈਂਟ ਦੇ ਵਿੱਚ ਸੀ, ਪਾਰਲੀਮੈਂਟ ਬਾਹਰ ਸੀ, ਜਾਂ ਕੋਈ ਹੋਰ ਗਰੁੱਪਿੰਗ ਬਣਾ ਕੇ ਚੀਫ ਮਿਨਿਸਟਰ ਆਪਣੀ ਲੈਟਰ ਲਿਖ ਸਕਦੇ ਸੀ ਵੀ ਇਹ ਕਾਨੂੰਨ ਦੇ ਅਗੇਂਸਟ ਆ। ਤੁਸੀਂ ਜਿਹੜੇ ਫੈਡਰਲ ਢਾਂਚੇ ਆ ਸਾਡੇ ਜਿਹੜੇ 2 ਕਾਨੂੰਨ ਨੇ ਸਪੈਸ਼ਲੀ, ਜਿਹੜਾ ਇੱਕ APMC ਮੰਡੀ ਐਕਟ ਆ, ਦੂਜਾ ਕੰਟਰੈਕਟ ਫਾਰਮਿੰਗ ਆ, ਦੋਨੇ ਕਾਨੂੰਨ ਹੀ ਫੈਡਰਲ ਢਾਂਚੇ ਨੂੰ ਬ੍ਰੇਕ ਕਰ ਰਹੇ ਨੇ। ਸਟੇਟ ਦਾ ਅਧਿਕਾਰ ਆ, ਜਿਓਗ੍ਰਾਫੀਕਲੀ ਸਟੇਟ ਅਲੱਗ-ਅਲੱਗ ਨੇ, ਇੱਕ ਕਾਨੂੰਨ ਪੂਰੇ ਭਾਰਤ। ਤੁਸੀਂ ਦੱਸੋ ਕਿਵੇਂ ਹੋਊਗਾ ਕਿ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਕਾਨੂੰਨ ਬਣ ਜਾਊਗਾ ਕੰਟਰੈਕਟ ਫਾਰਮਿੰਗ ਦਾ, AP ਮੰਡੀ ਦਾ, ਉਹ ਸੇਬਾਂ ਦੇ ਬਾਗ ਦਾ, ਕੀ ਮਸਾਲੇ ਕੇਰਲਾ ਦੇ ਬਰਾਬਰ ਆ? ਕੀ ਸਿੱਕਮ ਦਾ ਇਹ ਕਾਨੂੰਨ ਬਣਾ ਲਿਆ? ਜਿਹੜੇ ਚਾਹ ਪੱਤੀਆਂ ਨੇ, ਅਸਾਮ ਦੀਆਂ ਚਾਹ ਪੱਤੀਆਂ ਨੇ, ਕੀ ਆਪਣੇ ਕਣਕ ਝੋਨੇ ਦਾ ਕਾਨੂੰਨ ਸੇਮ ਬਣ ਸਕਦਾ? ਜਦੋਂ ਜਿਓਗ੍ਰਾਫੀਕਲੀ ਰੱਬ ਨੇ ਆਪਾਂ ਨੂੰ ਅਲੱਗ-ਅਲੱਗ ਸਟੇਟ ਨੂੰ ਅਲੱਗ-ਅਲੱਗ ਜਿਓਗ੍ਰਾਫੀਕਲ ਸਟੇਟਸ ਦਿੱਤਾ ਹੋਇਆ, ਉਹ ਸਟੇਟਸ ਦੇ ਹਿਸਾਬ ਨਾਲ ਹੀ ਅੱਗੇ ਜਾ ਕੇ ਕਾਨੂੰਨ ਬਣਨੇ ਨੇ। ਤਾਂ ਉਹ ਫੈਡਰਲ ਢਾਂਚੇ ਵਿੱਚ ਰੱਖੇ ਹੋਏ ਸੀ ਵੀ ਫਸਲ ਉਗਾਉਣੀ ਤੇ ਉਹਦਾ ਸੰਭਾਲ ਕਰਨੀ ਇੱਕ ਸਟੇਟ ਦੀ ਜ਼ਿੰਮੇ ਹੋਣੀ ਚਾਹੀਦੀ ਹੈ। ਕਾਦੀਆਂ ਸਾਹਿਬ, ਜਿਸ ਤਰੀਕੇ ਨਾਲ ਵੱਖ-ਵੱਖ ਸਿਆਸੀ ਪਾਰਟੀਆਂ ਕੰਪੇਨ ਕਰ ਰਹੀਆਂ ਨੇ 2022 ਨੂੰ ਲੈ ਕੇ, ਹੁਣ ਕੇਜਰੀਵਾਲ ਵੀ ਪੰਜਾਬ ਆ ਰਿਹਾ, ਕੀ ਲੱਗਦਾ ਕਿਸਾਨ ਮੋਰਚਾ ਸਿਆਸਤ ਦੇ ਉੱਤੇ ਵੱਡਾ ਪ੍ਰਭਾਵ ਛੱਡੂਗਾ? ਜੇ ਕਿਸਾਨ ਲੀਡਰ ਆ ਸਕਦੇ ਨੇ ਸਿਆਸਤ ਦੇ ਵਿੱਚ? ਲਗਾਤਾਰ ਅਜਿਹੀਆਂ ਚਰਚਾਵਾਂ ਨੇ, ਆਉਣਗੇ ਜਾਂ ਨਹੀਂ ਆਉਣਗੇ? ਦੇਖੋ ਕਰ ਦਿਓ। ਸਪਸ਼ਟ ਆ, ਹਾਲੇ ਤੱਕ ਲੜਾਈ ਸਿਰਫ 3 ਕਾਨੂੰਨਾਂ ਦੀ ਤੇ MSP ਦੇ ਉੱਪਰ ਮਿੱਥੀ ਹੋਈ ਆ। ਸਾਡਾ ਟਰੈਕ ਨਾ ਕਰੋ। ਜਿਹੜਾ ਸਾਡਾ ਕੰਮ ਆ, ਜਿਹੜਾ ਆਹ ਲੋਕ ਜਿਹੜੇ ਵਾਸਤੇ ਬੈਠੇ ਖੜੇ ਨੇ ਅੱਜ ਸੜਕਾਂ ਦੇ ਉੱਤੇ, ਇਹ 3 ਕਾਨੂੰਨ ਤੇ ਉਸ ਮੋਰਚੇ ਦੇ ਨਾਲ ਨੇ। ਜਿਹੜੇ ਮੋਰਚਾ ਜਿਹੜੇ ਖਾਤਰ ਲੜਿਆ 3 ਕਾਨੂੰਨ ਤੇ MSP ਦੇ ਉੱਤੇ ਕਮੇਟੀ ਬਣਾਈ ਜਾਵੇ ਤੇ ਉਹਦਾ ਕਾਨੂੰਨ ਬਣਾਇਆ ਜਾਵੇ। ਇਹਦੇ ਉੱਤੇ ਆ ਜਿਹੜੀ ਸਿਆਸੀ ਆ। ਮੈਂ ਤਾਂ ਤੁਹਾਨੂੰ ਕੁਝ ਦਿਨ ਪਹਿਲਾਂ ਬਿਆਨ ਵੀ ਦਿੱਤਾ ਸੀਗਾ ਵੀ ਸਿਆਸੀ ਪਾਰਟੀਆਂ ਹਾਲੇ ਹੱਥ ਜੋੜਨਾ, ਸਾਨੂੰ ਦੁਆਰਾ ਜੋੜ ਦਿੰਦੇ ਹੱਥ ਵੀ ਹਾਲੇ ਨਾ ਪਿੰਡਾਂ 'ਚ ਵੜੋ। ਸਾਡਾ ਭਾਈਚਾਰਕ ਸਾਂਝ ਬਣੀ ਹੋਈ ਆ, ਕੋਈ ਵੀ ਸਿਆਸੀ ਬੰਦਾ ਕਿਸੇ ਵੱਲ ਵੀ ਆਪਣੇ ਪਿੰਡ 'ਚੋਂ ਹੋ ਸਕਦਾ, ਪਰ ਅੱਜ ਇੱਕ ਸਾਂਝ ਬਣਾ ਕੇ 10-10 ਬੰਦੇ ਸਾਡੇ ਉੱਥੇ ਜਾ ਰਹੇ ਆ ਅੰਦੋਲਨ ਦੇ ਵਿੱਚ। ਉਹ ਲੜਾਈ ਲੜ ਰਹੇ ਆ ਆਪਣੇ ਅਗਲੀ ਜਨਰੇਸ਼ਨ ਦੀ, ਆਪਣੀ ਜ਼ਮੀਨਾਂ ਦੀ, ਆਪਣੇ ਕ੍ਰੌਪ ਦੀ ਵੇਚਣੀ, ਜਿਹੜੀ ਫਸਲਾਂ ਵੇਚਣੀਆਂ ਉਹਦੀ ਕੀਮਤ ਦੀ। ਉਹ ਲੜਾਈ ਵੱਡੀ ਆ। ਇਹਨਾਂ ਨੇ ਤਾਂ 2-4-5 ਸਾਲ ਰਾਜ ਬਦਲ ਜਾਣੇ ਆ, ਸਾਡੀਆਂ ਜੇ ਜ਼ਮੀਨਾਂ ਚਲੀ ਗਈਆਂ ਮੁੜ ਕੇ ਕਿੱਥੋਂ ਆਉਣਗੀਆਂ? ਬੀਜੇਪੀ ਕਹਿ ਰਹੀ ਆ ਕਿਸਾਨ ਲੀਡਰ ਭੜਕਾ ਰਹੇ ਆ ਵੀ ਪਿੰਡਾਂ 'ਚ ਨਾ ਵੜੋ। ਜਿਸ ਤਰੀਕੇ ਨਾਲ ਤੁਸੀਂ ਵੀਡੀਓ ਵੀ ਜਾਰੀ ਕੀਤੀ ਸੀ ਕਿ ਨਾ ਵੜੋ ਪਿੰਡਾਂ ਦੇ ਵਿੱਚ, ਭੜਕਾਇਆ ਜਾ ਰਿਹਾ ਲੋਕਾਂ ਨੂੰ, ਆਮ ਲੋਕਾਂ ਨੂੰ ਭੜਕਾਇਆ ਜਾ ਰਿਹਾ। ਅਜਿਹੀ ਬਿਆਨਬਾਜ਼ੀ ਵੀ ਹੁੰਦੀ ਹੈ। ਆਮ ਲੋਕਾਂ ਨੂੰ ਨਹੀਂ ਭੜਕਾਇਆ ਸੀ, ਉਹਦੇ 'ਚ ਵੀਡੀਓ ਦੁਬਾਰਾ ਸੁਣੋ, ਉਹਦੇ 'ਚ ਹੱਥ ਜੋੜ ਕੇ ਬੇਨਤੀ ਕੀਤੀ ਸੀ, ਨਾਲ ਦੀ ਨਾਲ ਬੇਨਤੀ ਕੀਤੀ ਸੀ ਸਿਆਸੀ ਪਾਰਟੀਆਂ ਨੂੰ ਵੀ ਤੁਸੀਂ ਸਾਡਾ ਸਾਥ ਦੇ ਰਹੇ ਹੋ। ਉਹ ਕਹਿ ਰਹੇ ਆ ਨਾ ਵੀ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਆ, ਉਹ ਕਹਿ ਰਹੇ SKM ਦੇ ਨਾਲ ਆ, ਤੇ ਫਿਰ ਸਾਡਾ ਹੱਥ ਜੋੜ ਕੇ ਅਸੀਂ ਬੇਨਤੀ ਕੀਤੀ ਆ ਹਾਲੇ ਨਾ ਉਹ 2022 ਬਹੁਤ ਦੂਰ ਆ, ਹਾਲੇ 6 ਮਹੀਨੇ ਆ, ਹਾਲੇ ਪਰਫਾਰਮੈਂਸ ਆ ਗਵਰਨਮੈਂਟ ਨੇ ਵੀ ਦਿਖਾਉਣੀ ਆ, 3-4 ਮਹੀਨੇ ਤੁਹਾਨੂੰ ਮਿਲ ਜਾਣਗੇ, ਤੁਸੀਂ ਆਪਣੀ ਸਿਆਸਤ ਕਰ ਲਿਓ, ਪਰ ਹਾਲੇ ਸਾਡੀ ਲੜਾਈ ਨੂੰ ਕਮਜ਼ੋਰ ਨਾ ਕਰੋ। ਕਾਦੀਆਂ ਸਾਹਿਬ, ਆਖਰੀ ਸਵਾਲ ਹੈ, ਹੱਲ ਕੀ ਆ? 11 ਮੀਟਿੰਗਾਂ ਹੋ ਚੁੱਕੀਆਂ ਨੇ, ਵਾਰ-ਵਾਰ ਨਰਿੰਦਰ ਤੋਮਰ ਬਿਆਨ ਦਿੰਦੇ ਨੇ ਕਿ ਅਮੈਂਡਮੈਂਟਸ ਕਰਾ ਲਓ, ਸੋਧਾਂ ਕਰਾ ਲਓ, ਰੱਦ ਨਹੀਂ ਹੋਣਗੇ। ਹੱਲ ਕੀ ਆ ਫਿਰ? ਅੜੀ ਤੇ ਅੜੇ ਹੋਏ ਨੇ, ਉਹ ਵੀ ਕਿਸਾਨ ਲੀਡਰ ਵੀ ਅੜੀ ਤੇ ਅੜੇ ਹੋਏ ਨੇ। ਹੱਲ ਕੀ ਆ ਫਿਰ? ਵਿੱਚ ਵਿਚਾਲਾ ਰਾਹ ਕੀ ਆ? ਕੀ ਫੈਡਰਲ ਢਾਂਚਾ ਤੋੜ ਦਈਏ? ਕੀ ਸਟੇਟ ਦੇ ਅਧਿਕਾਰ ਤੋੜ ਦਈਏ? ਜਿਹੜੇ 2 ਕਾਨੂੰਨ ਉਹਨੇ ਓਵਰ ਰੂਲਡ ਕਰਕੇ ਬਣਾਏ ਆ, ਕੀ ਉਹ ਬਣਾਉਣ ਦਈਏ? ਕਈ ਨੌਜਵਾਨ ਕਹਿੰਦੇ ਸੀ ਕਿਸਾਨ ਲੀਡਰ ਫਿਰ ਫੈਡਰਲ ਢਾਂਚਾ ਕਿਉਂ ਨਹੀਂ ਮੰਗਦੇ? ਫੈਡਰਲ ਢਾਂਚੇ ਦੀ ਮੰਗ ਵੀ ਰੱਖਣੀ ਚਾਹੀਦੀ ਹੈ। ਫੈਡਰਲ ਢਾਂਚੇ ਦੀ ਮੰਗ ਹੀ ਆ, ਜੇ ਰੋਲ ਬਣਿਆ ਅੱਜ ਓਵਰ ਰੂਲਡ ਹੋਇਆ ਤਾਂ ਉਹ ਫੈਡਰਲ ਢਾਂਚਾ ਤੋੜਨ ਦੀ ਮੰਗ ਹੋਈ ਆ। ਬਹੁਤ ਬਹੁਤ ਧੰਨਵਾਦ। ਓਕੇ, ਵਾਹਿਗੁਰੂ।